जानवर है पौने 200 माशाल्लाह। तस्वीर को 150 किलो खरीदी है इन्हां तो जी। इन्होंने डेली का 12,000 का वंडा पे पाने। अच्छा ਅਸੀਂ ਇਹਦੇ ਵਿੱਚ ਛੋਲਿਆਂ ਦਾ ਕਰਾ ਕਣਕ अच्छा ਮਕਈ अच्छा ਫੀਡ ठीक है। कोल हाईएस्ट कितना दूध देता है? ਤਕਰੀਬਨ 25 तक ਤੁਹਾਨੂੰ ਦੱਸਿਆ ਨਾ। बिस्मिल्लाहिर्रहमानिर्रहीम अस्सलामु अलैकुम नाजरीन, आज की वीडियो में चीमा साहब आपको अपनी 10 साला मिसाली तरक्की के बारे में बताएंगे। उनकी दी हुई मालूमात ना सिर्फ आपको फ़ायदा देंगी बल्कि आपके लिए काफ़ी हौसला अफजा साबित होंगी। वीडियो आखिर तक देखिएगा। जो दोस्त चैनल पर पहली दफ़ा आए हैं उनसे गुजारिश है कि सब्सक्राइब बटन दबाकर घंटी का निशान दबा दें ताकि हर नई आने वाली वीडियो की इत्तला आप तक बर वक़्त पहुँच सके। तो चलें आज की वीडियो शुरू करते हैं। अस्सलाम वालेकुम। ਵਾਲੇकुम ਸਲਾਮ ਜੀ। सर की हाल चाल है? ठीक अलहमदुलिल्लाह जी। सर सानू तुहाड़ा तारफ है वे, असी चाहांगे कि नादरीन नूं भी अपना तारफ कराओ। मेरा नाम अमंदर चीमा है जी जी ढोणीकियां दे रहने वाले असीं। ठीक है। मोहम्मद बनशा चेयरमैन मेरे तो छोटा भाई है। माशाल्लाह जी। माशाल्लाह। मालदारी का काम किन्ने अरसे तो कर रहे थे? मालदारी का काम तकरीबन असीं बचपन तो कर रहे हैं। बचपन तो कर रहे हो? हाँ पहला थोड़ा थोड़ा असीं हुण चलो कुछ ज़्यादा है। अच्छा। इस टाइम किन्ने क जानवर रखे ने तुसीं? जानवर है पौने 200। माशाल्लाह। ਇਹਦੇ ਵਿੱਚ ਛੋਟੇ ਵੱਡੇ ਸਾਰੇ ਸ਼ਾਮਲ ਨੇ जी। ਜ਼ਬਰਦਸਤ। ਅੱਛਾ ਸਰ, ਤੁਸੀਂ ਦੱਸਿਆ ਕਿ ਤੁਸੀਂ ਪਹਿਲੇ ਥੋੜਾ ਸੀ, ਹੁਣ ਪੌਣੇ 200 ਤੱਕ ਪਹੁੰਚ ਗਏ ਹੋ। जी जी। ਜਦੋਂ ਤੁਸੀਂ ਸਟਾਰਟ ਕੀਤਾ ਸੀ ਪ੍ਰੋਫੈਸ਼ਨਲ ਤੌਰ ਤੇ ਕਿੰਨੇ ਜਾਨਵਰਾਂ ਤੋਂ ਸਟਾਰਟ ਲਿਆ ਸੀ? ਉਹਦਾ ਹੈ ਸਰ 10-15 ਸਾਲ ਸਾਡੇ ਕੋਲ। ਤੇ 10-15 ਤੋਂ ਤੁਸੀਂ ਪੌਣੇ 200 ਤੱਕ ਪਹੁੰਚੇ। ਜੀ ਜੀ। ਇਸ ਦੌਰਾਨ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਜਾਨਵਰ ਰੱਖੇ ਨੇ? ਇੰਨੇ 200 ਦੇ ਅੱਗੇ ਪਿੱਛੇ ਜਾਨਵਰ ਵਿੱਚੋਂ ਵੇਚ ਛੜੀ ਦੇ ਨੇ ਨਾ। ਅੱਛਾ। ਕਿਉਂਕਿ ਸਾਂਭੇ ਵੀ ਨਹੀਂ ਜਾਂਦੇ। ਅੱਛਾ। ਕਿਉਂਕਿ ਮਸਲਾ ਇਹ ਬਣ ਜਾਂਦਾ ਇਹਨਾਂ ਦੇ ਲੇਬਰ ਜਿਹੜੀ ਉਹ ਲੇਬਰ ਨਹੀਂ ਪੂਰੀ ਪੈਂਦੀ। ਠੀਕ ਹੈ। 10 ਤੋਂ 200 ਤੱਕ ਆਉਣ ਤੱਕ ਕਿੰਨੇ ਸਾਲ ਲੱਗ ਗਏ? ਆ ਕੇ ਤਕਰੀਬਨ 10 ਕੁ ਸਾਲ। 10 ਸਾਲ? ਮਾਸ਼ਾਅੱਲਾ, ਬੜੀ ਜ਼ਬਰਦਸਤ ਤੁਸੀਂ ਗਰੋਥ ਕੀਤੀ। ਬਹੁਤ ਜਲਦ ਤੁਸੀਂ ਇੱਥੋਂ ਤੱਕ ਪਹੁੰਚ ਗਏ। 10 ਸਾਲ ਦੇ ਵਿੱਚ ਮਾਲ ਜਿੱਤਾ ਬੜੀ ਵਾਰੀ ਹੈ ਜੋ ਸਾਰਾ ਰੱਖੀਏ ਤਾਂ ਹੁਣ ਤੱਕ 700-800 ਹੁੰਦਾ। ਅੱਛਾ। ਅਸੀਂ ਪੁੱਛਣਾ ਚਾਹਾਂਗੇ ਕਿ ਇੱਕ ਤੇ ਤੁਸੀਂ ਗਰੋਥ ਕੀਤੀ 10 ਤੋਂ 200 ਤੇ ਪਹੁੰਚੇ, ਇਸ ਤੋਂ ਇਲਾਵਾ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਕਾਫੀ ਸਾਰੀ ਜ਼ਮੀਨ ਵੀ ਇਹਨਾਂ ਤੋਂ ਖਰੀਦੀ ਹੈ। ਕਿੰਨੀ ਤੁਸੀਂ ਜ਼ਮੀਨ ਇਹਨਾਂ ਦੀ ਵਜ੍ਹਾ ਤੋਂ ਕਮਾ ਸਕਦੇ ਹੋ? ਜ਼ਮੀਨ ਆ ਕੋਈ 150 ਕਿੱਲਾ ਖਰੀਦੀ ਹੈ ਇਹਨਾਂ ਤੋਂ। ਜੀ। ਮਾਸ਼ਾਅੱਲਾ। ਇਹਨਾਂ ਤੋਂ ਕੋਈ ਹੋਰ ਵੀ ਕੰਮ ਫਿਰ ਇੱਥੇ ਹੀ ਹੁੰਦੇ ਰਹਿਣ। ਠੀਕ ਹੈ। ਖਾਸ ਤੌਰ ਤੇ ਅਗਰ ਇਹਨਾਂ ਨੂੰ ਦੇਖਿਆ ਜਾਏ ਤਾਂ ਇਹਨਾਂ ਤੋਂ ਕਿੰਨੀ ਕੁ ਬਣ ਸਕੀ? ਇਹਨਾਂ ਦੇ ਤੁਸੀਂ ਭਾਵੇਂ ਕਿੰਨੇ ਲਾ ਲਓ, ਬੱਚਤ ਜਿਹੜੀ ਹੁੰਦੀ ਉਹ ਫਿਰ ਜੇ ਕੋਲ ਹੀ ਬੰਦਾ ਸਾਂਭ ਕੇ ਰੱਖੇ। ਅੱਛਾ। तो ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅਸੀਂ ਘਰ ਦਾ ਖਰਚਾ ਜਿਹੜਾ ਤਕਰੀਬਨ 50 ਕਿਲੋ ਦੁੱਧ ਜਿਹੜਾ ਡੇਲੀ ਦਾ। ਮਾਸ਼ਾਅੱਲਾ ਮਾਸ਼ਾਅੱਲਾ। ਉਹ ਜਿਹੜੇ ਬੱਚਤ ਉਹੀ ਦੀ ਕਰਦੇ ਨੇ ਉਹ 5 ਕਿਲੋ ਖੜਦੇ ਨੇ ਤੇ ਉਹਨੂੰ ਹੀ ਅੱਗੇ ਪਿੱਛੇ ਪੇ ਕਰਦੇ ਨੇ। ਅੱਛਾ। ਤਾਂ ਅਸੀਂ 45 ਤੋਂ 50 ਕਿਲੋ ਦੁੱਧ ਜਿਹੜਾ ਡੇਲੀ ਘਰ ਖੜਨਾ ਹੁੰਦਾ ਦੋਵਾਂ ਟੱਪਾਂ ਦਾ। ਅੱਛਾ। ਜ਼ਬਰਦਸਤ। ਇਹ ਲੱਸੀ ਨਹੀਂ ਲੱਭਦੀ ਤੇ ਫਿਰ ਸਾਡੇ ਵਾਲੀ ਭੱਜਣਾ ਆਉਂਦਾ, ਚਲੋ ਜਿੱਥੋਂ ਵੀ ਸ਼ੈਲ ਲੱਭਣੀ ਉੱਥੇ ਜਾ ਕੇ ਲੈ ਆਓ। ਅੱਲਾਹ ਪਾਕ ਨੇ ਤੁਹਾਨੂੰ ਦਿੱਤਾ, ਅੱਲਾਹ ਮਸੀਹ ਦੇ। ਅੱਛਾ ਸਰ, ਪੁੱਛਣਾ ਚਾਹਾਂਗੇ ਕਿ ਕੁਛ ਤੁਸੀਂ ਰੋਜ਼ਾਨਾ ਦੀ ਬੁਨਿਆਦ ਤੇ ਕਿੰਨਾ ਦੁੱਧ ਸੇਲ ਕਰਦੇ ਹੋ? ਇਹਨਾਂ ਦਾ 10 ਮਣ ਖਾਲਸ ਦੁੱਧ ਸੇਲ ਕਰਦੇ ਹੋ? ਖਾਲਸ ਕਿ ਹੋਰ ਪਾਊਡਰ ਦਾ ਕਰ ਲਾਂਗਾ ਜੀ। ਅੱਛਾ। ਕਿਆ ਤੁਹਾਡੀ ਇਹ ਜ਼ਬਰਦਸਤ ਤਰੱਕੀ ਦਾ ਰਾਜ਼ ਇਹ ਖਾਲਸ ਕੰਮ ਕਰਨਾ ਵੀ ਹੈ? ਇਹ ਇਹਨਾਂ ਬੰਦਿਆਂ ਨੇ ਦੁੱਧ ਚੋਣਾ ਹੁੰਦਾ ਤੇ ਇਹਨਾਂ ਹੀ ਦੇਣਾ ਹੁੰਦਾ। ਅਸਾਂ ਨਹੀਂ ਦੁੱਧ ਆ ਕੇ ਵੇਖਣਾ ਹੁੰਦਾ ਵਿੱਚ ਇਹਦੇ ਕੀ ਪਾਇਆ ਨੇ। ਅੱਛਾ। ਠੀਕ। ਇਹਨਾਂ ਨੂੰ ਕੀ ਫਾਇਦਾ ਵਿੱਚ ਉਹਦੇ ਪਾਣੀ ਮਿਲਾਵਟ ਕਰਕੇ ਦੇਣ ਦੇ ਨਾਲ ਕੁਝ ਲੱਭਣਾ ਹੁੰਦਾ। ਬਿਲਕੁਲ ਜੀ ਬਿਲकुल, ਬਹੁਤ ਅੱਛੀ ਗੱਲ ਕੀਤੀ ਹੈ। ਸਰ ਰੇਟ ਕੀ ਮਿਲ ਜਾਂਦਾ ਹੈ? ਰੇਟ ਅਸੀਂ ਤਾਂ 80 ਰੁਪਏ ਦੇ ਰਹੇ ਹਾਂ ਗਾਈ ਮੱਝਾਂ ਦਾ, ਤੁਹਾਨੂੰ ਰੇਟ 90 ਵੀ ਹੈ। ਗਾਈ ਪਲੱਸ ਮੱਝਾਂ ਦਾ? ਜੀ। ਗਾਈਆਂ ਕਿੰਨੀਆਂ ਨੇ ਤੇ ਮੱਝਾਂ ਕਿੰਨੀਆਂ ਨੇ? ਸਮਝ ਲਓ ਅੱਧਾ ਗਾਈ ਦਾ। ਅੱਧਾ ਗਾਈ ਦਾ ਤੇ ਅੱਧਾ ਮੱਝਾਂ ਦਾ। ਕਿਸੇ ਵੇਲੇ 5-6 ਮਣ ਗਾਈ ਦਾ ਹੋ ਜਾਂਦਾ, ਮੱਝਾਂ ਦਾ ਘੱਟ ਹੋ ਜਾਂਦਾ। ਅੱਛਾ। ਹੁਣ ਇਸ ਟਾਈਮ ਅੱਧੋ ਅੱਧੇ ਤੇ ਮਿਕਸ ਲੱਗ ਜਾਂਦਾ, ਸੇਲ ਹੋ ਜਾਂਦਾ ਆਰਾਮ ਨਾਲ? ਹਾਂ ਤੇ ਪੱਕਾ ਲਾਇਆ, ਭਾਵੇਂ 50 ਮਣ ਹੋਵੇ ਤਾਂ ਵੀ ਖੜਨਾ ਉਹਨੇ। ਅੱਛਾ। ਨਹੀਂ ਪਾਬੰਦੀ ਉਹਦੀ? ਪਾਬੰਦੀ ਅਸੀਂ ਹੁਣ ਉਹਦੇ ਆਉਣ ਤੱਕ 50 ਮਣ ਰੱਖਿਆ ਨਾ, ਇੱਥੇ ਭਾਵੇਂ ਬਾਹਰੋਂ ਲਿਆ ਕੇ ਰੱਖਿਆ ਜੀ। ਉਹਨੇ ਉਹ ਲੈ ਕੇ ਜਾਣਾ। ਓਵਰਆਲ ਅਗਰ ਦੇਖਿਆ ਜਾਏ ਕਿ ਤੁਸੀਂ ਕੀ ਤਜਰਬੇ ਦੀ ਬੁਨਿਆਦ ਤੇ ਆਂਦੇ ਹੋ ਕਿ ਗਾਈਆਂ ਜ਼ਿਆਦਾ ਫਾਇਦਾਮੰਦ ਹੁੰਦੀਆਂ ਨੇ ਜਾਂ ਮੱਝਾਂ, ਜਾਂ ਮਿਕਸ ਰੱਖਣਾ ਜ਼ਿਆਦਾ ਫਾਇਦਾਮੰਦ ਹੁੰਦਾ? ਮਿਕਸ ਹੀ ਰੱਖਣਾ ਫਾਇਦਾਮੰਦ ਹੈ ਕਿ ਗਾਈ ਦਾ ਫਾਇਦਾ ਇਹ ਵੀ ਦੁੱਧ ਵੀ ਜ਼ਿਆਦਾ ਹੁੰਦਾ ਤੇ ਗਾਈ ਦੇ ਜਾ ਜ਼ਿਆਦਾ ਬਚਦੇ ਨੇ। ਅੱਛਾ। ਮੱਝੀ ਦੇ ਜਾ ਜਿਹੜੇ ਇਹਨਾਂ ਨੂੰ ਨੁਕਸਾਨੇ ਜਾਂਦੇ ਨੇ। ਠੀਕ ਹੈ, ਸਹੀ ਹੋ ਗਿਆ। ਹਾਂ। ਅੱਛਾ ਸਰ, ਇਹ ਦੱਸੋ ਕਿ ਮਾਸ਼ਾਅੱਲਾ ਦਾ ਤੁਹਾਡਾ ਰੋਜ਼ਾਨਾ ਦਾ ਦੁੱਧ ਜਿਹੜਾ ਵੇ ਉਹ 10 ਮਣ ਤੁਸੀਂ ਦੱਸਿਆ ਜੀ। ਕਿੰਨੇ ਕੁ ਪੱਠੇ ਲੱਗ ਜਾਂਦੇ ਨੇ ਇਹਨਾਂ ਜਾਨਵਰਾਂ ਤੇ? ਇਹਦੇ ਤੇ ਪੱਠੇ ਸਮਝ ਲਓ ਕਿ 20 ਤੋਂ 6 ਕਰਾਣਾ ਪੱਠੇ ਜਿਹੜੇ ਨੇ ਉਹ ਅਸੀਂ ਵੱਢ ਕੇ ਲੈਂਦੇ ਹਾਂ। ਠੀਕ ਹੋ ਗਿਆ। ਅਕਸਰ ਕਦੀ ਕਿੱਲਾ ਪੂਰਾ ਵੀ ਵੱਢ ਕੇ ਲਿਆ ਵੀ ਦਾ। ਜ਼ਬਰਦਸਤ। ਯਾਨੀ ਕਿ 3 ਟਰਾਲੀਆਂ ਪੱਠਿਆਂ ਦੀਆਂ ਜੇ ਪੱਠੇ ਹੋਣ 3 ਟਰਾਲੀਆਂ ਪੱਠੇ ਲਿਆਉਂਦੇ ਆ ਸਾਰੇ ਮਾਲੇ ਵਾਸਤੇ।
ਸਹੀ ਹੋ ਗਿਆ। ਉਸ ਪੱਠੇ ਵਿੱਚ ਕੋਈ ਤੂੜੀ ਛੁੜੀ ਵੀ ਸ਼ਾਮਲ ਹੈ ਜਾਂ ਸਿਰਫ ਹਰਾ ਹੈ? ਨਹੀਂ, ਜੇ ਇੰਨੇ ਹੋਣ ਤੇ ਫਿਰ ਨਿਰਾਰਾ ਹੀ ਬੜਾ ਜੀ। ਤੇ ਜੇ ਥੋੜੇ ਹੋਣ ਤੇ ਫਿਰ ਵਿੱਚ ਤੂੜੀ ਪਾਈ ਦੀ। ਤੂੜੀ ਦਾ ਗਦਾਮ ਪਿੱਛੇ ਰੱਖੇ ਆ ਜੀ। ਸਾਲ ਦੀ ਪੂਰੀ ਜਿਹੜੀ ਹੈ ਨਾ ਉਹ ਰੱਖੀ ਹੈ। ਠੀਕ ਹੋ ਗਿਆ। ਇਹ ਸਾਡੇ ਕੋਲ ਉਦੋਂ ਮੁੱਕਣੀ ਹੈ ਜਦੋਂ ਵਿਸਾਖ ਵਿੱਚ ਜਾ ਕੇ ਕਣਕ ਵੱਢੀ ਜਾਣੀ। ਤੇ ਸਰ ਅਗਰ ਆਲਮੋਸਟ ਪੌਣੇ 200 ਤੁਸੀਂ ਦੱਸਿਆ ਕਿ ਤੁਹਾਡੇ ਕੋਲ ਜਾਨਵਰ ਨੇ, ਇਹਨਾਂ ਜਾਨਵਰਾਂ ਵਾਸਤੇ ਕਿੰਨੀ ਤੂੜੀ ਹੋਣੀ ਚਾਹੀਦੀ ਹੈ ਸਾਲ ਦੀ? ਅਸੀਂ 100 ਕਿੱਲੇ ਦੀ ਤੂੜੀ ਜਿਹੜੀ ਵੱਢਦੇ ਹਾਂ। 100 ਕਿੱਲੇ ਦੀ? ਜੀ। ਉਹ ਇਹਨਾਂ ਵਾਸਤੇ ਰਿਜ਼ਰਵ ਕਰ ਦਿੰਦੇ ਹੋ? ਜੀ। ਤੇ ਉਹ ਪੂਰੀ ਹੋ ਜਾਂਦੀ ਹੈ? ਜੀ। ਜ਼ਬਰਦਸਤ। ਅੱਛਾ ਸਰ, ਇਹ ਦੱਸੋ ਕਿ ਜਿਹੜੇ ਤੁਸੀਂ ਆਪਣਾ ਮਾਸ਼ਾਅੱਲਾ ਰਕਬਾ ਵੀ ਦੱਸਿਆ, ਉਹਦੇ 'ਚ ਇਹਨਾਂ ਵਾਸਤੇ ਜਿਹੜੇ ਪੱਠੇ ਨੇ ਉਹ ਕਿੰਨਾ ਸਰਵ ਕਰ ਦਿੰਦੇ ਹੋ? ਉਹ ਇਹਨਾਂ ਰੋੜੇ ਦੇ ਪੱਠਿਆਂ ਵਾਸਤੇ 40 ਕਿੱਲੇ ਜਗ੍ਹਾ ਜਿਹੜੀ ਉਹਨਾਂ ਰੱਖੀ ਮਕਈ ਜਵਾਰ ਵਾਸਤੇ। ਠੀਕ ਹੈ। ਇਹ 40 ਕਿੱਲੇ ਇੱਕ ਸੀਜ਼ਨ ਦੀ ਹੈ? ਇੱਕ ਸੀਜ਼ਨ ਦੀ। ਤੇ ਸਰਦੀਆਂ ਦੇ ਸੀਜ਼ਨ ਵਾਸਤੇ ਇਹਦੇ ਵਾਸਤੇ ਬਰਸੀਨ ਵਾਸਤੇ ਸਟਾਲੇ ਵਾਸਤੇ ਤਕਰੀਬਨ 25 ਤੋਂ 30 ਏਕੜ। ਯਾਨੀ ਕਿ ਗਰਮੀਆਂ 'ਚ ਫਿਰ ਜ਼ਿਆਦਾ ਚਾਹੀਦੀ ਹੈ ਜ਼ਮੀਨ ਜੀ, ਔਰ ਸਰਦੀਆਂ ਵਿੱਚ ਘਟਣਾ ਵੀ ਕੰਮ ਚੱਲ ਜਾਏਗਾ? ਜੀ। ਉਹਦੇ ਵਿੱਚ ਕਮਾਦ ਵੀ ਪੈ ਜਾਂਦਾ ਜੀ। ਉਹਦੇ ਵਿੱਚ ਤੂੜੀ ਵੀ ਪੈ ਜਾਂਦੀ ਹੈ ਸਰਦੀਆਂ ਦੇ ਜਿਹੜੇ ਨੇ। ਠੀਕ ਹੋ ਗਿਆ। ਕਿੰਨੀ ਲੇਬਰ ਦਰਕਾਰ ਹੈ ਤੁਹਾਨੂੰ ਇਹ ਸਾਰੇ ਕੰਮ ਕਰਾਉਣ ਲੇਬਰ ਵਾਸਤੇ? ਇਸ ਵੇਲੇ ਸਾਡੇ ਕੋਲ 15 ਕੁ ਬੰਦੇ ਨੇ। 15 ਬੰਦੇ ਨੇ। ਲੇਬਰ ਦੇ ਮਸਾਇਲ ਬਹੁਤ ਜ਼ਿਆਦਾ ਹੁੰਦੇ ਨੇ, ਜਿੱਥੇ ਜਾਈਏ ਲੋਕ ਕਹਿੰਦੇ ਨੇ ਕਿ ਲੇਬਰ ਦੇ ਮਸਾਇਲ ਨੇ। ਤੁਸੀਂ ਵੀ ਜ਼ਾਹਰ ਹੈ ਕਿ ਲੇਬਰ ਦੇ ਮਸਾਇਲ ਨਾਲ ਜਿਹੜਾ ਉਹ ਹਮਕਨਾਰ ਹੋ ਰਹੇ ਹੋ, ਲੇਕਿਨ ਬਾਜ਼ ਔਕਾਤ ਯੰਗ ਲੇਬਰ ਰੱਖਦੇ ਨੇ ਲੋਕ, ਨੌਜਵਾਨ। ਕੁਛ ਕਹਿੰਦੇ ਨੇ ਅਗਰ ਫੈਮਿਲੀ ਰੱਖੀਏ ਤਾਂ ਫਿਰ ਇੰਨੇ ਮਸਾਇਲ ਨਹੀਂ ਹੁੰਦੇ। ਤੁਸੀਂ ਉਹ ਕੀ ਸਮਝਦੇ ਹੋ ਉਸ ਹਵਾਲੇ ਨਾਲ? ਫੈਮਿਲੀ ਵਾਲੇ ਨੇ ਸਾਰੇ ਠੀਕ ਹੈ। ਫੈਮਿਲੀ ਉਹ ਫਿਰ ਜਿਹੜੇ ਇੱਥੇ ਹੋਣਗੇ ਫਿਰ ਬਾਰ-ਬਾਰ ਪਿੱਛੇ ਧਿਆਨ ਹੁੰਦਾ ਨਹੀਂ ਹੁੰਦਾ। ਸਰ ਮਾਸ਼ਾਅੱਲਾ ਤੁਹਾਡੇ ਕੋਲ ਜਾਨਵਰ ਅਸੀਂ ਵੇਖੇ ਨੇ, ਇੱਕ ਤੋਂ ਇੱਕ ਨਗੀਨਾ ਹੈ। ਕਿਸ ਤਰ੍ਹਾਂ ਇਹਨਾਂ ਦੀ ਸੇਵਾ ਕਰਦੇ ਹੋ ਤਾਂ ਕਿ ਇਹ ਖੂਬਸੂਰਤ ਜਿਹੜੇ ਨੇ ਜਾਨਵਰ ਤੁਹਾਡੇ ਲੱਗਦੇ ਨੇ ਮੋਟੇ ਤਾਜ਼ੇ? ਇਹਨਾਂ ਨੂੰ ਵੰਡਾ ਪਾਓ, ਇਹਨਾਂ ਨੂੰ ਪੱਠੇ ਪਾਓ ਧਿਆਨ ਨਾਲ, 2-3 ਟਾਈਮ ਇਹਨਾਂ ਨੂੰ ਦੇਖੋ, ਪਾਣੀ ਡਾਓ। ਜੀ। ਹੁਣ ਸਵੇਰ ਅਸੀਂ ਇੱਕ ਭਾਈ ਇੱਥੇ ਹੁੰਨੇ ਆ, ਉਹ ਚਲਾ ਜਾਂਦਾ, ਪਿੱਛੋਂ ਦੂਜਾ ਆ ਜਾਂਦੇ ਆ। ਠੀਕ ਹੈ। ਤੇ ਉਮਰ ਲੇਬਰ ਜਿਹੜੀ ਹੈ, ਲੇਬਰ ਦੇ ਕੋਲ ਨਾ ਆਵੋ ਤਾਂ ਧਿਆਨ ਉਹਨਾਂ ਵੀ ਨਹੀਂ ਦੇਣਾ। ਠੀਕ ਹੈ। ਬਈ ਇਹਨਾਂ ਨੂੰ ਇਹ ਕਰੋ, ਇਹਨਾਂ ਨੂੰ ਨਵਾਓ, ਜਾਂ ਇਹਨਾਂ ਨੂੰ ਪਾਣੀ ਡਾਓ, ਇਹਨਾਂ ਨੂੰ ਪੱਠੇ ਪਾਓ। ਸਹੀ ਹੈ। ਤੇ ਸਰ ਆਪਣੀ ਲੇਬਰ ਨੂੰ ਮੁਤਮਿਨ ਰੱਖਣ ਵਾਸਤੇ, ਖੁਸ਼ ਰੱਖਣ ਵਾਸਤੇ ਤੁਸੀਂ ਹੋਰ ਕੀ ਕਰਦੇ ਹੋ ਤਾਂ ਕਿ ਲੇਬਰ ਖੁਸ਼ ਰਹੇ? ਹੋਰ ਇਹਨਾਂ ਨੂੰ ਵਸੈਲ ਆਪਣੇ ਵੇਖੀ ਦੇ ਨੇ। ਜੇ ਕੋਈ ਵੱਲ ਗੱਲ ਹੋਵੇ ਤਾਂ ਰਮਜ਼ਾਨ ਦੀ ਤਰ੍ਹਾਂ ਇੱਕ ਵਾਫਰ ਦੇ ਛੜੀ ਦੀ ਹੈ। ਠੀਕ ਹੋ ਗਿਆ। ਕੋਈ ਜੁੱਤੀ ਕੱਪੜਾ ਜਿਹੜਾ ਵਾਫਰ ਲੈ ਦੇਈਦਾ ਸਾਰੇ। ਸਹੀ ਹੋ ਗਿਆ। ਅੱਛਾ ਸਰ, ਤੁਸੀਂ ਦੱਸਿਆ ਕਿ ਤੁਹਾਨੂੰ 10 ਸਾਲ ਦਾ ਅਰਸਾ ਲੱਗਾ। ਇੰਨੇ ਜਾਨਵਰਾਂ ਵਿੱਚ ਤੁਹਾਡੇ ਆਪਣੇ ਜਾਨਵਰ ਘਰ ਦੇ ਕਿੰਨੇ ਨੇ? ਘਰ ਦੇ ਤੁਹਾਨੂੰ ਦੱਸਿਆ ਹੁਣ 25-30 ਗਾਈਆਂ ਨੇ, ਸਾਰੀਆਂ ਘਰ ਦੀਆਂ ਨੇ। ਇੱਕ ਗਾਂ ਵਿੱਚ ਸਿਰਫ ਮੁੱਲ ਦੀ ਹੈ ਤੇ ਅੱਧੀਆਂ ਕੋ ਝੋਟੀਆਂ ਵਿੱਚ ਘਰ ਦੀਆਂ ਨੇ। ਠੀਕ ਹੋ ਗਿਆ। ਹੁਣ ਉੱਪਰਾਂ ਜਿਹੜਾ ਮਾਲ ਪਰਲੀ ਸਾਈਡ ਤੇ ਸਹੀ ਹੈ, ਉਹ ਘਰ ਦਾ ਸਾਰਾ ਹੈ। ਅੱਛਾ। ਪੱਛੜੇ ਕੋਈ ਸੁਣੇ ਵਾਲੀ ਹੈ, ਕੋਈ ਯਾਨੀ ਉਹ ਵਾਲੇ ਪੋਰਸ਼ਨ ਜਿਹੜਾ ਨਜ਼ਰ ਆ ਰਿਹਾ ਜੀ ਪਰਲੇ ਪਾਸੇ। ਠੀਕ ਹੋ ਗਿਆ। ਅੱਛਾ ਸਰ, ਇਹ ਦੱਸੋ ਕਿ ਜਿਹੜੇ ਲੋਕ ਨਵੇਂ ਇਸ ਕਾਰੋਬਾਰ ਦੇ ਵਿੱਚ ਆਉਣਾ ਚਾਹੁੰਦੇ ਨੇ, ਇਸ ਕੰਮ ਨੂੰ ਕਰਨਾ ਚਾਹੁੰਦੇ ਨੇ, ਇੱਕ ਤਾਂ ਤੁਸੀਂ ਦੱਸਿਆ ਕਿ ਉਹਨਾਂ ਦੀ ਜ਼ਮੀਨ ਆਪਣੀ ਹੋਣੀ ਚਾਹੀਦੀ ਹੈ। ਜ਼ਮੀਨ ਆਪਣੀ ਹੋਣੀ ਚਾਹੀਦੀ ਹੈ, ਡਿਊਟੀ ਸਹੀ ਹੋਣੀ ਚਾਹੀਦੀ ਹੈ ਡੇਰੇ ਦੇ, ਯਾਨੀ ਕਿ ਮੈਨੇਜ ਕਰਨਾ ਹੈ। ਜਗ੍ਹਾ ਦੇ ਬਾਰੇ 'ਚ ਵੀ ਦੱਸਿਓ ਕਿ ਅਗਰ 50 ਜਾਨਵਰ ਰੱਖਣੇ ਨੇ ਜਾਂ 100 ਰੱਖਣੇ ਨੇ, ਜਿੱਥੇ ਰੱਖਣੇ ਨੇ ਉਹ ਜਗ੍ਹਾ ਕਿੰਨੀ ਕੁ ਹੋਣੀ ਚਾਹੀਦੀ ਹੈ ਕਮੋਬੇਸ਼? ਉਹ ਜੇ 50 ਕੋ ਜਾਨਵਰ ਹੋਣੇ ਨੇ ਤਾਂ ਜਗ੍ਹਾ ਤੋਂ 3 ਕਿੱਲਾ 4 ਕਿੱਲਾ ਲਾਜ਼ਮੀ ਹੋਣੀ ਚਾਹੀਦੀ, 4 ਕਿੱਲਾ। ਠੀਕ ਹੈ। ਉਹ ਜਗ੍ਹਾ ਜ਼ਿਆਦਾ ਹੋਵੇ ਤਾਂ ਕਿੱਲਾ ਵੀ ਵੜ ਲਓ ਤੇ ਥੋੜਾ। ਤੁਹਾਡੇ ਮਾਸ਼ਾਅੱਲਾ ਸਾਨੂੰ ਪੋਰਸ਼ਨ ਨਜ਼ਰ ਆ ਰਹੇ ਨੇ ਵੱਡੇ ਡੇਅਰੀ ਫਾਰਮਸ ਤੇ ਅਕਸਰ ਵੇਖਣ ਨੂੰ ਨਜ਼ਰ ਆਉਂਦਾ ਹੈ। ਇਹਦੇ ਵਿੱਚ ਤੁਸੀਂ ਜਾਨਵਰ ਬੰਨ੍ਹ ਕੇ ਤਾਂ ਨਹੀਂ ਰੱਖਦੇ? ਨਹੀਂ, ਇਸ ਪਾਸੇ ਜਿਹੜੇ ਜਦੋਂ ਚੋਈ ਦੀਆਂ ਨਾ ਜੀ, ਉਦੋਂ ਬੰਨੀ ਦੀਆਂ ਨੇ, ਉਹ ਬਾਹਰ ਜਿਹੜੀਆਂ ਬੰਨੀ ਨੇ ਪਰਲੇ ਪਾਸੇ ਖੁੱਲੀਆਂ ਜਾਂਦੀਆਂ ਨੇ। ਠੀਕ ਹੋ ਗਿਆ। ਸੁਬਾਹ ਦੀਆਂ ਖੁੱਲੀਆਂ ਹੀ ਸੜਨਾ। ਅੱਛਾ। ਹੁਣ ਵਧੀਆਂ ਨੇ ਚੋਣ ਦੇ ਟਾਈਮ ਤੇ ਜਦੋਂ ਇਹਨਾਂ ਨੂੰ ਖੁੱਲਾ ਰੱਖਾਂਗੇ, ਖੁੱਲੇ ਰਹਿਣ ਵਿੱਚ ਇਹਨਾਂ ਦਾ ਫਾਇਦਾ ਹੈ ਜਾਂ ਬੰਨ੍ਹ ਕੇ ਇਹਨਾਂ ਨੂੰ ਰੱਖੀਏ? ਫਿਰ ਖੁੱਲਿਆ ਰਹਿਣ 'ਚ ਫਾਇਦਾ, ਖੁੱਲਿਆ ਹੈ ਪਾਣੀ ਆਪੀ ਪੀ ਲੈਣ ਦੀਆਂ। ਠੀਕ ਹੈ। ਵਿੱਚ ਹੌਦੀਆਂ ਬਣੀਆਂ ਨੇ, ਤਲਾਬ ਵਿੱਚ ਬਣੀਆਂ ਨਹਾਉਣੇ ਵਾਸਤੇ। ਸਹੀ ਹੈ। ਉਹ ਪਰਾਂ ਤਲਾਇਆ, ਜਦੋਂ ਗਰਮੀ ਜ਼ਿਆਦਾ ਹੋਣੀ ਨਾ ਆਪੀ ਉੱਥੇ ਟੁਰ ਜਾਣਾ। ਠੀਕ ਹੋ ਗਿਆ। ਤੇ ਦੁੱਧ ਦੀ ਜਿਹੜੀ ਤੁਹਾਡੀ ਚਵਾਈ ਹੈ ਸਵੇਰ ਕਿੰਨੇ ਵਜੇ ਹੁੰਦੀ ਹੈ, ਸ਼ਾਮ ਨੂੰ ਕਿੰਨੇ ਵਜੇ ਹੁੰਦੀ ਹੈ? ਸੁਬਾਹ 4 ਵਜੇ ਲੱਗਦੇ ਨੇ। ਠੀਕ ਹੈ। ਸ਼ਾਮੀ 4:30-5 ਵਜੇ ਸ਼ੁਰੂ ਕਰ ਲੈਂਦੇ ਨੇ। ਔਰ 7-8 ਵਜੇ ਨਾਲ ਫਾਰਗ ਹੋ ਜਾਂਦੇ ਨੇ? ਨਹੀਂ, ਇਹ ਤੋਂ ਪਹਿਲਾਂ ਫਾਰਗ ਹੋ ਜਾਏਗੀ, ਇੰਨਾ ਚਿਰ ਕੀ ਕਰਨਾ ਹੁੰਦਾ। ਠੀਕ ਹੋ ਗਿਆ। ਸਰ ਵੰਡੇ ਦੇ ਹਵਾਲੇ ਨਾਲ ਪੁੱਛਣਾ ਚਾਹਾਂਗੇ ਕਿ ਕਿਉਂਕਿ ਤੁਸੀਂ ਇਸ ਕੰਮ ਨਾਲ ਰਿਲੇਟਡ ਹੋ, ਸਭ ਤੋਂ ਬਿਹਤਰੀਨ ਵੰਡਾ ਕਿਹੜਾ ਹੈ ਔਰ ਤੁਸੀਂ ਕਿਹੜਾ ਇਸਤੇਮਾਲ ਕਰਦੇ ਹੋ, ਔਰ ਫੀ ਜਾਨਵਰ ਕਿੰਨਾ ਕੁ ਹੋਣਾ ਚਾਹੀਦਾ? ਮਿਕਸ ਕਰ ਰਹੇ ਹਾਂ ਤੇ ਕਿਹੜੀ ਚੀਜ਼? ਅਸੀਂ ਇਹਦੇ ਵਿੱਚ ਛੋਲਿਆਂ ਦਾ ਕਰਾਂ, ਕਣਕ, ਅੱਛਾ, ਮਕਈ, ਅੱਛਾ, ਫੀਡ ਠੀਕ ਹੈ, ਤੇ ਖਾਲਾ ਮਿਕਸ ਕਰਕੇ ਭੇ ਕੇ ਭੇ ਵੀ ਲਈਦਾ, ਸੁੱਕਾ ਵੀ ਪਾ ਲਈਦਾ। ਸੁੱਕਾ ਕੇ ਸੂਰਜ ਚ ਪਾਈਦਾ ਤੇ ਭੇਜਦਾ ਕਿਸ ਤਰ੍ਹਾਂ? ਸੁੱਕਾ ਉਂਝ ਮਿਲਿਆ ਜਿਹੜਾ ਪੱਠਿਆਂ ਦੇ ਸੱਟ ਲਈਦਾ। ਅੱਛਾ, ਫੀਡ ਤੋਂ ਦੂਜਾ ਵੰਡਾ ਵੀ ਵਿੱਚ ਖਲ ਵੀ ਉਹਦੇ ਪਾਈ ਦੀ ਹੈ ਨਾ, ਉਹ ਵੀ ਪੱਠਿਆਂ ਸੁੱਟ ਲਈਦੀ ਸੁੱਕੀ ਕੋੜੀਆਂ? ਨਹੀਂ, ਦੂਜੀ ਵੱਡੇਵਿਆਂ ਦੀ। ਠੀਕ ਹੈ। ਸੁੱਕੀ ਭੈੜੀ ਤੇ ਨਹੀਂ ਲੱਗਦੀ? ਨਹੀਂ। ਅੱਛਾ, ਤੇ ਫੀ ਜਾਨਵਰ ਦੇ ਹਿੱਸੇ ਚ ਕਿੰਨੀ ਕੁ ਆ ਜਾਂਦੀ? ਇਹਦੇ ਜੋ ਵੰਡਾ ਜਿਹੜਾ ਉਹ ਤਕਰੀਬਨ 8 ਕਿਲੋ ਤੱਕ ਜਿਹੜਾ ਨਾ ਡੇਲੀ ਦਾ 4 ਕਿਲੋ ਜਾਂ 8 ਕਿਲੋ ਇੱਕ ਵਕਤ ਚ?
ये ਕਿਸੇ ਵੇਲੇ 2 ਟਾਈਮ ਹੀ ਕਿਸੇ ਵੇਲੇ 1 ਟਾਈਮ ਹੀ ਪਾਉਂਦੇ ਨੇ। 1 ਟਾਈਮ ਪਾ ਲੈਣ ਫਿਰ 6 ਕਿਲੋ ਤਕਰੀਬਨ ਆ ਜਾਂਦਾ। ਅੱਛਾ ਚੋਈ ਸਾਹਿਬ ਬੜੀ ਹੀ ਜ਼ਬਰਦਸਤ ਗੁਫ਼ਤਗੂ ਕੀਤੀ ਹੈ। ਆਹ ਬੇਸ਼ੁਮਾਰ ਗੱਲਾਂ ਪੁੱਛੀਆਂ ਨੇ। ਆਖਰੀ ਗੱਲ ਦੇ ਤੌਰ ਤੇ ਸਦਕਾ ਜਾਰੀਆ ਦੇ ਤੌਰ ਤੇ ਤੁਸੀਂ ਆਪਣੀ ਤਰਫੋਂ ਕੋਈ ਗੱਲ ਦੱਸੋ ਉਹਨਾਂ ਬੰਦਿਆਂ ਨੂੰ ਜਿਹੜੇ ਇਸ ਕੰਮ 'ਚ ਆਉਣਾ ਚਾਹੁੰਦੇ ਨੇ, ਜਿਹੜੀ ਉਹਨਾਂ ਨੂੰ ਫਾਇਦਾ ਦੇਈਏ ਤੁਹਾਡੀ ਗੱਲ ਦੀ ਵਜ੍ਹਾ ਤੋਂ। ਫਾਇਦਾ ਹੀ ਇਹ ਮਾਲ ਨਾਲ ਧਿਆਨ ਰੱਖਣਾ ਪੈਂਦਾ, ਅੱਛਾ ਕੋਲ ਰਹਿਣਾ ਪੈਂਦਾ ਉਹਦੇ। ਅੱਛਾ ਲੇਬਰ ਜਿਹੜੀ ਰੱਖਣੀ ਉਹਨਾਂ ਨੂੰ ਖੁਸ਼ ਰੱਖੋ। ਅੱਛਾ ਠੀਕ ਹੈ, ਇਹ ਤੁਹਾਡਾ ਮੈਸੇਜ ਹੈ। ਜੋ ਕੁਝ ਕਰਦੇ ਰਹਿਣਾ ਉੱਤੇ। ਠੀਕ ਹੋ ਗਿਆ ਸਰ। ਅਗਰ ਕੋਈ ਦੋਸਤ ਤੁਹਾਡੇ ਨਾਲ ਗੱਲਬਾਤ ਦਾ ਸ਼ੌਕੀਨ ਹੋਏ, ਯਾਨੀ ਉਹਨੂੰ ਤੁਹਾਡੀ ਗੱਲਬਾਤ ਸੁਣ ਕੇ ਉਹਦਾ ਸ਼ੌਕ ਹੋਏ ਕਿ ਮੈਂ ਸਰ ਨਾਲ ਡਾਇਰੈਕਟ ਫੋਨ ਤੇ ਰਾਬਤਾ ਕਰਾਂ, ਕਿਆ ਉਹ ਕਰ ਸਕਦਾ? ਕਰ ਲੈ। ਕੋਈ ਫੋਨ ਨੰਬਰ? 0306 ਜੀ ਜੀ 6280 ਜੀ ਜੀ 684। ਜੀ ਸਰ ਇਸ ਝੋਟੀ ਦਾ ਕੀ ਰਿਕਾਰਡ ਹੈ? 20 ਕਿਲੋ ਤੱਕ 20 ਕਿਲੋ ਦੁੱਧ ਦੇ ਚੁੱਕੀ ਹੈ ਤੁਹਾਨੂੰ, ਮਾਸ਼ਾਅੱਲਾ। ਇਹ ਕਿਹੜੇ ਇਲਾਕੇ ਦੀ ਮੱਝ ਸਰ? ਇਹ ਇਧਰ ਸਾਈਵਾਲ ਦੇ ਲੱਗ ਗਈ। ਤੇ ਤੁਹਾਡੀ ਮੱਝ ਨੇ ਤੁਹਾਡੇ ਕੋਲ ਹਾਈਐਸਟ ਕਿੰਨਾ ਕੁ ਦੁੱਧ ਦਿੱਤਾ ਹੈ? ਤਕਰੀਬਨ 5 ਤੱਕ ਤੁਹਾਨੂੰ ਦੱਸਿਆ ਨਾ ਇਸ ਮੱਝ ਨੇ? ਇਸ ਮੱਝ ਨੇ। ਸਰ ਇਹ ਕਿਹੜੇ ਇਲਾਕੇ ਦੀ ਮੱਝ ਜੇ? ਇਹ ਲੱਗ ਉਧਰ ਚੀਚਾ ਬਤਲੀ ਦੀ। ਚੀਚਾ ਵਤਨੀ ਦੀ? ਇਹ ਕਦੀ ਤੁਸੀਂ ਨਮਾਇਸ਼ 'ਚ ਖੜੀ ਹੈ? ਨਹੀਂ ਖੜੀ ਨਹੀਂ। ਅੱਛਾ ਬੰਦਿਆਂ ਦੁਆਲਿਓਂ ਕੋਸ਼ਿਸ਼ ਕੀਤੀ ਵੇਖਣਿਆਂ ਕਿ ਸਾਨੂੰ ਦੇਣਾ ਖੜਨੀ ਹੈ। ਅੱਛਾ ਮੁਦਾਰੀ ਕਰਕੇ ਸਾਨੂੰ ਦੇ ਚਲੋ। ਅੱਛਾ ਜੀ। ਹਾਂ ਤੇ ਲੇਕਿਨ ਤੁਹਾਨੂੰ ਨਹੀਂ ਭੇਜੀ? ਇਹ ਅੱਜ ਤੋਂ 6-7 ਸਾਲ ਪਹਿਲਾਂ ਹਾਂ 4 ਲੱਖ ਦੀ ਵੇਚੀ ਸੀ। ਅੱਛਾ ਵੇਚ ਕੇ ਤੇ ਫਿਰ ਰਾਤੋਂ ਰਾਤ ਵਾਪਸ ਲੈ ਲਏ ਸੀ। ਓਹੋ ਅੱਜ ਤੋਂ 6-7 ਸਾਲ ਪਹਿਲੇ 4 ਲੱਖ ਦੀ। ਕੀ ਬਾਤ ਹੈ। ਤੇ ਮੱਝ ਦੀ ਲਾਮ ਕਿੰਨਾ ਚਿਰ ਰਹਿੰਦੀ ਹੈ 5 ਕਿਲੋ ਦੁੱਧ ਦੀ? ਇਹ ਤਕਰੀਬਨ ਸਾਲ ਪੂਰਾ ਹੀ ਦਿੰਦੀ ਰਹਿੰਦੀ। अच्छा जी क्या बात। चौधरी साहब बहुत शुक्रिया। अस्सलाम वालेकुम। वालेकुम सलाम।